सो ये सीधा प्रबंध जिहड़ा हरियाणा कमेटी का वो हरियाणा सरकार के हिस्से च चलिया जाना। मैं निमरता सहित बार बार इस करके बेनती करदा, आ तां हुण प्रतੱਖ सारा कुछ सानू दिस रहा। हुण सिखां दे विच पैटर्न केवल तां केवल गुरु ग्रंथ साहब साडी सरपरस्ती करदे आ, दूसरी सरपरस्ती साडे श्री अकाल तख्त साहब करदे आ। मैं निमरता सहित दादूवाल साहब, झिंडा साहब ते उन्हां दे नाल अरोड़ा साहब ते नलवी साहब उन्हां नूं बेनती करदा, नोटिफिकेशन आ ये जे आपां इदां ही चलाया तो फिर जिद्दां अज नंदेड़ साहब का अबचल नगर नंदेड़ का चलदा तख्त इवें तुहाडी कमेटी भी चलूगी। इस खादा सानू खासा सी, वो खासा अज सानू प्रतੱਖ नज़र आ रहा। तुहानू निमरता सहित बेनती है, डुल्ले बेरां दा हाले भी कुछ नहीं बिगड़िया। मैं कुछ दिन पहला भी बेनती की सी कि तुसीं श्री अकाल तख्त की शरण विच आवो, जे आपां शरण अकाल तख्त की आवांगे सारे मसले हल हो जाणगे, ते जे आपां ना आए किते चूक कर गए तो फिर इतिहास ने सानू माफ नहीं करना। ये 24 अक्तूबर नूं एक नोटिफिकेशन हुई हरियाणा सरकार वालों, गवर्नर वालों। इहदे विच जिहड़ा असीं खासा ज़ाहिर करदे सी कि सरकार सीधी दखलअंदाजी कर दूगी, वो इहदे विचों बिल्कुल प्रतੱਖ नज़र आउंदी आ। इहदे विच कीता कि उन्होंने कि ऑल द 41 members so nominated by the government shall elect their presidents, senior presidents etc ਜਿਹੜੇ ਉਹਨਾਂ ਨੇ ਇੱਕ ਵਿੱਚੋਂ ਰੱਖਿਆ। ਇਹ ਐਡਹੌਕ ਕਮੇਟੀ ਜਿਹੜੀ ਆ ਇਹ ਸਰਕਾਰ ਨੇ ਨੋਮੀਨੇਟ ਕਰਨੀ ਆ, ਨਾ ਕਿ ਉੱਥੇ ਦੀ ਸੰਗਤ ਨੇ ਨੋਮੀਨੇਟ ਕਰਨੀ। ਇਹਦੇ ਵਿੱਚ ਇੱਕ ਹੋਰ ਗਾਹਾਂ ਫਰਦਰ ਹੋਰ ਪ੍ਰੋਵੀਜ਼ਨ ਪਾਤਾ, ਇਟ ਵਿਲ ਐਗਜ਼ਿਸਟ ਫਾਰ 18 months। after 18 months what will happen? Provided further that if election under section 11 are not held within the period of 18 months, earlier ਜਿਹੜੇ 18 ਮਹੀਨੇ ਉਹਦੇ ਵਿੱਚ ਨਹੀਂ ਚੋਣ ਹੁੰਦੀ ਜਿਹੜੀ ਨੋਮੀਨੇਟ ਸਰਕਾਰ ਨੇ ਕਰਨੀ ਆ, ਫਿਰ ਇਹ ਨਿਊ ਐਡਹੌਕ ਕਮੇਟੀ shall be nominated by the government for a further period of 18 months, meaning thereby ਕਿ 3 ਸਾਲ ਦੀ ਜਿਹੜੀ ਉਹਨੇ ਇਸ ਨੋਟੀਫਿਕੇਸ਼ਨ ਦੇ ਵਿੱਚ ਇਹ ਇੱਕ ਦੇ ਦਿੱਤੀ ਆ ਵੀ ਜਿਹੜੀ ਐਡਹੌਕ ਕਮੇਟੀ ਉਹ ਸਰਕਾਰ ਬਣਾਊਗੀ। ਹੁਣ ਇੱਕ ਸਵਾਲ ਪੈਦਾ ਹੁੰਦਾ ਕਿ ਇਹਦੇ ਵਿੱਚ ਪੈਰਾ ਨੰਬਰ 2 ਸਬਸੈਕਸ਼ਨ 2 ਦਾ ਪੈਰਾ ਨੰਬਰ 9 ਵਿਚ ਇਜ਼ ਮੋਸਟ ਇੰਪੋਰਟੈਂਟ, ਜਿਹੜਾ ਬਹੁਤ ਅਹਿਮ ਰੱਖਦਾ ਸਿੱਖਾਂ ਲਈ, ਕਦੇ ਵੀ ਸਿੱਖ ਬਰਦਾਸ਼ਤ ਨਹੀਂ ਕਰਦੇ। ਦ ਗਵਰਨਮੈਂਟ ਮੇ ਨੋਮੀਨੇਟ ਵਨ ਆਫ ਦ ਮੈਂਬਰਸ ਆਫ ਦ ਕਮੇਟੀ ਔਰ ਦ ਐਡਹੌਕ ਕਮੇਟੀ ਐਜ ਦ ਕੇਸ ਮੇ ਬੀ ਐਜ ਪੈਟਰਨ। ਹੁਣ ਸਿੱਖਾਂ ਦੇ ਵਿੱਚ ਪੈਟਰਨ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਸਾਡੀ ਸਰਪਰਸਤੀ ਕਰਦੇ ਆ, ਦੂਸਰੀ ਸਰਪਰਸਤੀ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਕਰਦੇ ਆ। ਮੈਂ ਨਿਮਰਤਾ ਸਹਿਤ ਦਾਦੂਵਾਲ ਸਾਹਿਬ, ਝਿੰਡਾ ਸਾਹਿਬ ਤੇ ਉਹਨਾਂ ਦੇ ਨਾਲ ਅਰੋੜਾ ਸਾਹਿਬ ਤੇ ਨਲਵੀ ਸਾਹਿਬ ਉਹਨਾਂ ਨੂੰ ਬੇਨਤੀ ਕਰਦਾ, ਨੋਟੀਫਿਕੇਸ਼ਨ ਆ ਇਹ ਜੇ ਆਪਾਂ ਇਦਾਂ ਹੀ ਚਲਾਇਆ ਤੇ ਫਿਰ ਜਿੱਦਾਂ ਅੱਜ ਨੰਦੇੜ ਸਾਹਿਬ ਦਾ ਅਬਚਲ ਨਗਰ ਨੰਦੇੜ ਦਾ ਚੱਲਦਾ ਤਖਤ ਇਵੇਂ ਤੁਹਾਡੀ ਕਮੇਟੀ ਵੀ ਚੱਲੂਗੀ। ਇਸ ਖਾਦਾ ਸਾਨੂੰ ਖਾਸਾ ਸੀ, ਉਹ ਖਾਸਾ ਅੱਜ ਸਾਨੂੰ ਪ੍ਰਤੱਖ ਨਜ਼ਰ ਆ ਰਿਹਾ। ਤੁਹਾਨੂੰ ਨਿਮਰਤਾ ਸਹਿਤ ਬੇਨਤੀ ਆ, ਡੁੱਲੇ ਬੇਰਾਂ ਦਾ ਹਾਲੇ ਵੀ ਕੁਝ ਨਹੀਂ ਵਿਗੜਿਆ। ਮੈਂ ਕੁਝ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਤੁਸੀਂ ਸ਼੍ਰੀ ਅਕਾਲ ਤਖਤ ਦੀ ਸ਼ਰਨ ਵਿੱਚ ਆਵੋ, ਜੇ ਆਪਾਂ ਸ਼ਰਨ ਅਕਾਲ ਤਖਤ ਦੀ ਆਵਾਂਗੇ ਸਾਰੇ ਮਸਲੇ ਹੱਲ ਹੋ ਜਾਣਗੇ, ਤੇ ਜੇ ਆਪਾਂ ਨਾ ਆਏ ਕਿਤੇ ਚੂਕ ਕਰ ਗਏ ਤਾਂ ਫਿਰ ਇਤਿਹਾਸ ਨੇ ਸਾਨੂੰ ਮਾਫ ਨਹੀਂ ਕਰਨਾ। ਮੈਂ 1920 ਦਾ ਵੀ ਤੁਹਾਨੂੰ ਸਮਾਂ ਚੇਤੇ ਕਰਾਉਣਾ ਚਾਹੁੰਦਾ। ਉਸ 1920 ਦੇ ਸਮੇਂ ਵਿੱਚ ਸਰਕਾਰ ਨੇ ਕਮੇਟੀ ਨੋਮੀਨੇਟ ਕਰ ਦਿੱਤੀ, ਸਿੱਖਾਂ ਨੇ ਬਰਦਾਸ਼ਤ ਨਹੀਂ ਸੀ ਕੀਤੀ, ਭਾਵੇਂ ਐਡਹੌਕ ਕਮੇਟੀ ਦੀ ਆਪਣੀ ਬਣਾਈ ਸੀ। ਸੋ ਇਹ ਸਿੱਧਾ ਪ੍ਰਬੰਧ ਜਿਹੜਾ ਹਰਿਆਣਾ ਕਮੇਟੀ ਦਾ ਉਹ ਹਰਿਆਣਾ ਸਰਕਾਰ ਦੇ ਹਿੱਸੇ 'ਚ ਚਲਿਆ ਜਾਣਾ। ਮੈਂ ਨਿਮਰਤਾ ਸਹਿਤ ਬਾਰ ਬਾਰ ਇਸ ਕਰਕੇ ਬੇਨਤੀ ਕਰਦਾ, ਆ ਤਾਂ ਹੁਣ ਪ੍ਰਤੱਖ ਸਾਰਾ ਕੁਝ ਸਾਨੂੰ ਦਿਸ ਰਿਹਾ ਕਿ ਜਿਹਦੀ ਪੈਟਰਨ ਇੱਕ ਮਨੁੱਖ ਕਰੂਗਾ ਤੇ ਸਾਡੇ ਦਾ ਪਵਿੱਤਰ ਸਿਧਾਂਤ ਜਿਹਦੇ ਤੇ ਅੱਜ ਆਪਾਂ ਖੜੇ ਆ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਉਹ ਸਿਧਾਂਤ ਨੂੰ ਮੱਧਮ ਪਾਉਣ ਦਾ ਅੱਜ ਕੋਝਾ ਯਤਨ ਜਿਹੜਾ ਆ ਇਹ ਹੋ ਰਿਹਾ। ਮੈਂ ਤੁਹਾਨੂੰ ਨਿਮਰਤਾ ਸਹਿਤ ਬਾਰ-ਬਾਰ ਫਿਰ ਬੇਨਤੀ ਕਰਦਾ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਆ ਜਾਓ। ਸਾਡੇ ਸਾਰੀ ਅਗਵਾਈ ਪੰਥ ਦੀ ਪ੍ਰਸਤੀ ਸ਼੍ਰੀ ਅਕਾਲ ਤਖਤ ਸਾਹਿਬ ਕਰਦੇ ਆ, ਔਰ ਸਾਡੀ ਸਰਪ੍ਰਸਤੀ ਅਸੀਂ ਸਿੱਖ ਨੇ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਰਹਿ ਕੇ
ਇਹ ਸਾਰੇ ਕਾਰਜ ਕਰਨੇ ਆ। ਸੋ ਮੈਂ ਇਹ ਜਿਹੜੀ ਨੋਟੀਫਿਕੇਸ਼ਨ ਇਹਨੂੰ ਸਟਰੋਂਗਲੀ ਕੰਡੈਮ ਵੀ ਕਰਦਾ, ਸਰਕਾਰ ਨੂੰ ਵੀ ਕਹਿਣਾ ਇਵੇਂ ਦੇ ਸਿੱਧੇ ਮਸਲੇ ਉਲਝਾਓ ਨਾ। ਇਹ ਧਾਰਮਿਕ ਮਸਲੇ ਆ, ਪਹਿਲੀਆਂ ਸਰਕਾਰਾਂ ਵੀ ਉਲਝਾਉਂਦੀਆਂ ਰਹੀਆਂ, ਸਾਡੇ ਸਾਹਮਣੇ ਨਤੀਜੇ ਆ। ਕਿਉਂਕਿ ਸਿੱਖ ਪੰਥ ਦੀ ਇੱਕ ਅਦੁੱਤੀ ਸਿਧਾਂਤ ਜਿਹੜੇ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਸੀ, ਉਹ ਅਦੁੱਤੀ ਸਿਧਾਂਤ ਗੁਰਸ਼ਬਦ ਦੇ ਨਾਲ ਜੁੜੇ ਆ, ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜੇ ਆ, ਪੰਜਾਂ ਪਿਆਰਿਆਂ ਦੇ ਨਾਲ ਜੁੜੇ ਆ। ਸੋ ਇਸ ਕਰਕੇ ਜਿਹੜਾ ਅਸੀਂ ਬੜੇ ਲੰਬੇ ਅਰਸੇ ਦਾ ਖਾਸਾ ਕਰਦੇ ਸੀ ਕਿ ਸਰਕਾਰ ਸਿੱਧੀ ਦਖਲਅੰਦਾਜ਼ੀ ਕਰੂਗੀ, ਉਹ ਦਖਲਅੰਦਾਜ਼ੀ ਅੱਜ ਪ੍ਰੂਵ ਹੋ ਗਈ ਆ। ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਹੋ ਜਿਹੀਆਂ ਕਾਰਵਾਈਆਂ ਕਰਨ ਲੱਗੇ ਕੱਲ੍ਹ ਨੂੰ ਕਿ ਇੱਕ ਹੋਰ ਨੋਟੀਫਿਕੇਸ਼ਨ ਕਰ ਦਿਓਗੇ ਵੀ ਇਹ ਤਾਂ 10 ਸਾਲ ਲਈ ਸਰਕਾਰ ਬਣਾਤੀ, ਤੇ ਫਿਰ ਆ ਕੇ ਤੁਸੀਂ ਸਾਡੇ ਹਰਿਆਣੇ ਦੇ ਸਤਿਕਾਰਤ ਵੀਰ ਆ, ਫਿਰ ਜਦੋਜਹਿਦ ਕਰਾਂਗੇ, ਚੰਗਾ ਨਹੀਂ ਲੱਗੂ। ਅੱਜੇ ਹੀ ਆਪਾਂ ਇਸ ਬੈਨਰ ਦੇ ਥੱਲੇ ਇਕੱਠੇ ਹੋਈਏ। ਸਿੱਖ ਕੌਮ ਭਰਾ ਮਾਰੂ ਜੰਗ ਦੇ ਵਿੱਚ ਕਦੇ ਵੀ ਯਕੀਨ ਨਹੀਂ ਰੱਖਦੀ, ਪਰ ਅੱਜ ਸਾਨੂੰ ਉਧਰਲੇ ਵੱਲ ਨੂੰ ਪ੍ਰੇਰਨਾ ਕੀਤੀ ਜਾ ਰਹੀ ਆ। ਸੋ ਕਦੇ ਵੀ ਸਿੱਖ ਨੇ ਬਰਦਾਸ਼ਤ ਨਹੀਂ ਕੀਤਾ। ਸੋ ਮੈਂ ਸਾਰਿਆਂ ਨੂੰ ਫਿਰ ਅੰਤ ਦੇ ਵਿੱਚ ਜਿੱਥੇ ਆ ਨੋਟੀਫਿਕੇਸ਼ਨ ਇਹਦੀ ਸਖਤ ਨਿੰਦਾ ਕਰਦਾ, ਉੱਥੇ ਉਹ ਸਰਕਾਰ ਇਹਨੂੰ ਤੁਰੰਤ ਵਾਪਸ ਲਵੇ। ਜੇ ਲੋਕਾਂ ਨੇ ਨਹੀਂ ਚੋਣ ਕਰਨੀ ਤੇ ਫਿਰ ਚੋਣ ਸਰਕਾਰ ਨੇ ਨੋਮੀਨੇਟ ਕਰਨੇ, ਫਿਰ ਸਰਕਾਰ ਦੇ ਤਾਂ ਨੁਮਾਇੰਦੇ ਜਿਹੋ ਜਿਹੇ ਹੁੰਦੇ ਤੁਹਾਨੂੰ ਪਤਾ ਹੀ ਆ। ਸੋ ਬਹੁਤ ਇਹ ਇੱਕ ਸਾਡੇ ਲਈ ਦੁਖਦਾਈ ਇਹਨਾਂ ਨੇ ਆਹ ਜਿਹੜੀ ਨੋਟੀਫਿਕੇਸ਼ਨ ਕੀਤੀ ਆ, ਤੇ ਹਰਿਆਣੇ ਦੇ ਲਈ ਖਾਸ ਕਰਕੇ ਅਸੀਂ ਕਾਨੂੰਨੀ ਚਾਰਾਜੋਰੀ ਵੀ ਕਰ ਰਹੇ ਹਾਂ, ਔਰ ਦੂਸਰੀ ਚਾਰਾਜੋਰੀ ਲੋਕਾਂ ਦੀਆਂ ਸੱਥਾਂ ਦੇ ਵਿੱਚ ਜਾ ਕੇ ਇਹ ਵੀ ਜਦੋਂ ਤੱਕ ਇਹ ਵਾਪਸ ਨਹੀਂ ਹੁੰਦੇ ਉਦੋਂ ਤੱਕ ਅਸੀਂ ਜਾਰੀ ਰੱਖਾਂਗੇ। ਦੂਸਰੀ ਬੇਨਤੀ 26 ਤੇ 27 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਵੱਲੋਂ 2 ਦਿਨਾਂ ਅਸੀਂ ਇੱਥੇ ਵੱਡੇ ਸਮਾਗਮ ਪੰਜਾ ਸਾਹਿਬ ਦੇ ਸਾਕੇ ਨੂੰ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਇੱਥੇ ਉਹ ਮਨਾਏ ਸੀਗੇ। ਤੇ 29 ਦਾ 30 ਤਰੀਕ ਅਸੀਂ ਪੰਜਾ ਸਾਹਿਬ ਦੀ ਉਸ ਧਰਤੀ ਤੇ ਜਾ ਰਹੇ ਹਾਂ ਜਿੱਥੇ ਕੱਲ੍ਹ ਇੱਕ ਜਥਾ ਚਲਿਆ ਗਿਆ, ਅੱਜ ਦੂਸਰਾ ਜਥਾ, ਕਿਉਂ ਸਾਡੇ ਕੁਝ ਵੀਜ਼ੇ ਲੇਟ ਹੋ ਗਏ ਸੀ। ਪਹਿਲਾਂ ਤਾਂ ਸਰਕਾਰ ਨੂੰ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ, ਦਿੱਤੇ ਹਾਲੇ ਵੀ 14-40 ਦੇ ਵਿੱਚੋਂ, ਫੇਰ ਬਾਕੀ ਕੱਟ ਲਏ। ਇੱਦਾਂ ਦੇ ਗੁਰਧਾਮਾਂ ਦੀ ਯਾਤਰਾ ਵੇਲੇ ਜਿਹੜੇ ਸਾਡੇ ਸਾਰਾ ਜਥਾ ਜਾਂਦਾ, ਉੱਥੇ ਸਾਰਿਆਂ ਦੇ ਵੀਜ਼ੇ ਜਿਹੜੇ ਆ ਉਹ ਇਸ਼ੂ ਕਰ ਦੇਣੇ ਚਾਹੀਦੇ ਆ। ਸੋ ਕੱਲ੍ਹ ਨੂੰ ਉੱਥੇ ਸਤਿਗੁਰਾਂ ਦੀ ਚਰਨ ਸ਼ਰਨ ਦੇ ਵਿੱਚ ਆ ਸਾਰਾ ਜਥਾ ਅੱਜ ਜਿਹੜਾ ਜਾ ਰਿਹਾ, ਇਹ ਸਾਰੇ ਜਾ ਕੇ ਉੱਥੇ ਨਮਸਕਾਰ ਵੀ ਕਰਾਂਗੇ ਮਹਾਨ ਸ਼ਹੀਦਾਂ ਨੂੰ। ਉੱਥੇ ਸ਼੍ਰੀ ਅਖੰਡ ਪਾਠਾਂ ਸਾਹਿਬਾਂ ਦੇ ਭੋਗ ਵੀ ਪਾਏ ਜਾਣਗੇ, ਸਿੰਘ ਸਾਹਿਬ ਵੀ ਨਾਲ ਜਾਣਗੇ, ਸਾਰੇ ਦਿਨ ਦੇ ਸਮਾਗਮ ਜਿਹੜੇ ਆ ਉਹ ਉੱਥੇ ਮਨਾਏ ਜਾਣਗੇ। ਸੋ ਤੁਸੀਂ ਸਾਰੇ ਆਏ ਆ, ਤੁਹਾਡਾ ਵੀ ਸਾਰਿਆਂ ਦਾ ਧੰਨਵਾਦ। ਇੱਕ ਦੇਖੋ ਕਈ ਵਾਰੀ ਆ ਪਿੱਛੇ ਹੁਣ ਸਾਡੇ ਕਿਸਾਨਾਂ ਦੀਆਂ ਗੱਲਾਂ ਚੱਲੀਆਂ, ਕਿਸਾਨਾਂ ਦੇ ਉਹਨਾਂ ਦੇ ਵਿੱਚ ਬਾਹਰਲਿਆਂ ਲੋਕਾਂ ਨੇ ਵੀ ਚੋਖਾ ਯੋਗਦਾਨ ਪਾਇਆ। ਇੱਕ ਹੁਣ ਨੀਦਰਲੈਂਡ ਦੇ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਗੁਰੂ ਕੇ ਸਿੱਖਾਂ ਨੇ ਇਕੱਠੇ ਹੋ ਕੇ ਉਹਨੇ ਵੀ 4 ਨਵੰਬਰ ਨੂੰ ਉੱਥੇ ਆਪਣਾ ਅੰਬੈਸਡਰ ਦੇ ਸਾਹਮਣੇ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਕਰਨਾ। ਇਹ ਮੈਂ ਤਾਂ ਹੀ ਬਾਰ-ਬਾਰ ਕਹਿੰਦਾ ਕਿਉਂਕਿ ਸਿੱਖਾਂ ਦੇ ਕੁਛ ਐਸੀ ਗੁਰੂ ਸਾਹਿਬ ਨੇ ਨਿਰਾਲੀ ਚਾਲ ਬਖਸ਼ਿਸ਼ ਕੀਤੀ ਆ। ਇਹ ਜਿਹੜੇ ਮੋਹਰ ਨੂੰ ਤੁਰ ਪੈਂਦਾ ਫਿਰ ਪਿੱਛੇ ਨੂੰ ਨਹੀਂ ਹੁੰਦਾ। ਉਹ ਵੀ 4 ਨਵੰਬਰ ਨੂੰ ਆਪਣਾ ਉੱਥੇ ਰੋਸ ਪ੍ਰਦਰਸ਼ਨ ਕਰ ਰਹੇ ਆ। ਸੋ ਉਹਨਾਂ ਦਾ ਵੀ ਧੰਨਵਾਦ ਕਰਦਾ, ਸਿੱਖ ਬੰਦੀਆਂ ਵੱਲੋਂ ਜਿਹੜੇ ਜੁਝਾਰੂ ਵੀਰ ਉਹਨਾਂ ਵੱਲੋਂ ਧੰਨਵਾਦ ਕਰਦਾ ਕਿ ਇਸ ਸਮੇਂ ਦੇ ਵਿੱਚ ਹਾਂ ਦੇ ਵਿੱਚ ਸਾਡਾ ਉਹ ਨਾਰਾ ਮਾਰ ਰਹੇ ਆ। ਤੇ ਸਭ ਤੋਂ ਵੱਡੀ ਗੱਲ, ਭਾਵੇਂ ਪਾਕਿਸਤਾਨ 'ਚ ਅਮਰ ਸੰਚਾਰ ਪਹਿਲਾਂ ਵੀ ਹੁੰਦੇ ਆ, ਪਰ ਕੱਲ੍ਹ ਨੂੰ ਸ਼ਤਾਬਦੀ ਨੂੰ ਸਮਰਪਿਤ 5 ਪਿਆਰੇ ਸਾਡੇ ਇਕੱਲੇ ਚੱਲ ਗਏ ਸੀ। ਉਹ ਖੰਡੇ ਬਾਟੇ ਦਾ ਉੱਥੇ ਅੰਮ੍ਰਿਤ ਸੰਚਾਰ ਸਤਿਗੁਰ ਦੀ ਕਿਰਪਾ ਤੇ ਬਖਸ਼ਿਸ਼ ਸਦਕਾ ਉੱਥੇ ਅੰਮ੍ਰਿਤ ਸੰਚਾਰ ਵੀ ਹੋਊਗਾ। ਤੇ ਉਹਨਾਂ ਨਾਲ ਪਹਿਲਾਂ ਬੈਠ ਕੇ ਅਸੀਂ ਗਏ ਸੀ, ਗੱਲ ਹੋ ਵੀ ਗਈ ਸੀ। ਸੋ ਇਹ ਜਿਹੜਾ ਮੁੱਖ ਲਕਸ਼ ਸਿੱਖ ਦਾ ਉਹ ਖੰਡੇ ਬਾਟੇ ਦੀ ਪਹੁਲ ਤੇ 5 ਪਿਆਰਿਆਂ ਦੀ ਟੇਕ, ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਰਨ ਤੇ ਗੁਰੂ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਬਿਤਾਉਣਾ, ਇਹੋ ਹੀ ਸਿੱਖ ਦਾ ਜੀਵਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਦਾਦੂਵਾਲ ਸਾਹਿਬ ਅਕਾਲ ਤਖਤ ਤੇ ਆਣ ਤੇ ਮਸਲੇ ਹੱਲ ਹੋ ਜਾਂਦੇ ਨੇ। ਉਹ ਕਹਿੰਦੇ ਨੇ ਅਕਾਲ ਤਖਤ ਤੇ ਜਿਹੜਾ ਜਥੇਦਾਰ ਹੈ ਉਹ ਬਾਦਲਾਂ ਦਾ ਜਥੇਦਾਰ ਹੈ, ਬਾਦਲਾਂ ਦੀ ਮੋਹਰ ਉਹਦੇ ਉੱਤੇ ਲਾਉਂਦੇ ਨੇ। ਕੀ ਦੇਖੋ, ਇਹ ਕਹਿਣ ਨੂੰ ਹੁਣ ਜੋ ਮਰਜ਼ੀ ਕੋਈ ਕਹੀ ਜਾਵੇ, ਅਕਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਚੁਣਦੀ ਆ ਤੇ ਉਹਨੂੰ ਉਹ ਮਾਨਤਾ ਵੀ ਦੇ ਚੁੱਕੇ ਆ, ਆਪ ਇੱਥੇ ਆਉਂਦੇ ਰਹੇ ਆ।
ਉੱਥੇ ਉਦੋਂ ਮੀਟਿੰਗ ਅਕਾਲ ਤਖਤ ਨੇ ਸੱਦੀ ਤਾਂ ਆਏ, ਉਹਨੇ ਕਿਹਾ ਮੈਂ ਸਮਰਪਿਤ ਹਾਂ। ਇਹ ਮੈਂ ਇੱਕ ਸਿਰਫ ਉਹਨਾਂ ਨੂੰ ਰਿਕਵੈਸਟ ਕੀਤੀ ਆ ਕਿ ਜੋ ਅਸੀਂ ਕਹਿੰਦੇ ਸੀ ਵੀ ਸਰਕਾਰੀ ਦਖਲਅੰਦਾਜ਼ੀ ਹੋਣੀ ਉਹ ਸ਼ੁਰੂ ਹੋ ਗਈ। ਅਸੀਂ ਤਾਂ ਸਿਧਾਂਤਕ ਤੌਰ ਤੇ ਕਹਿੰਦੇ ਆ ਭਈ ਹਾਲੇ ਵੀ ਆ ਜਾਓ, ਕਿਉਂਕਿ ਅਕਾਲ ਤਖਤ ਸੁਪਰੀਮ ਬੋਡੀ ਆ। ਇਹ ਜਿਹੜੀਆਂ ਇੱਥੇ ਦੀਆਂ ਅਦਾਲਤਾਂ ਇਹ ਇੱਥੇ ਤੱਕ ਸੀਮਿਤ। ਅਕਾਲ ਤਖਤ ਕਿਉਂਕਿ ਸਿੱਖਾਂ ਦਾ ਧੁਰਾ, ਇਹਦੇ ਤੇ ਕੋਈ ਅਦਾਲਤ ਦਾ ਹੁਕਮ ਲਾਗੂ ਨਹੀਂ ਹੁੰਦਾ। ਇਹਦਾ ਤਾਂ ਕਿਹਾ ਵੀ ਆਪਾਂ ਕੱਲ ਨੂੰ ਫਿਰ ਇਹਨਾਂ ਗੱਲਾਂ ਲਈ ਜਦੋਜਹਿਦ ਕਰਾਂਗੇ ਜਿਹੜੇ ਸਾਡੇ ਬਜ਼ੁਰਗਾਂ ਨੇ ਕੀਤੀ ਸੀ। ਤੇ ਜੇ ਉਦੋਂ ਸਾਡੇ ਬਜ਼ੁਰਗੇ ਮੰਨ ਲੈਂਦੇ 1920 ਦੇ ਵਿੱਚ ਫਿਰ ਸਰਕਾਰ ਨੇ ਜਿਹੜੇ ਉਦੋਂ ਸਰਕਾਰ ਗੋਰਿਆਂ ਦੀ ਸੀ ਉਹਨੇ ਨੋਮੀਨੇਟ ਕੀਤੀ ਸੀ, ਮੰਨੀ ਨਹੀਂ ਸਾਡੇ ਬਜ਼ੁਰਗਾਂ ਨੇ। ਇੱਥੇ ਸਰਬੱਤ ਖਾਲਸਾ ਸਾਦਕੇ ਦਾ ਆਪਣੀ ਕਮੇਟੀ ਬਣਾਈ ਸੀ, ਸਰਕਾਰ ਨੇ ਮੰਨਿਆ ਵੀ। ਇਹ ਆਰਡੀਨੈਂਸ